धरती गेहन चंगी जन धन्ना लेवे मंगी धरती गेहन चंगी जन धन्ना लेवे मंगी पाए गहे जग ते तुमरे तब देखो आँख तरे नहीं आने राम रहीम पुराण पुराण अनेक कहे
ਸਭ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ। ਆਓ ਹੁਣ ਕਥਾ ਸਰਵਣ ਕਰੀਏ। ਸਤਿਕਾਰਯੋਗ ਗਿਆਨੀ ਬਲਵੰਤ ਸਿੰਘ ਜੀ ਸ੍ਰੀ ਫਤਿਹਗੜ੍ਹ ਸਾਹਿਬ ਵਾਲੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Simarayam Gada Doha
ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਬਰ ਦੀਨ ਦਵਾਦਸ਼ ਹੇਰ, ਸੋ ਪ੍ਰਸੰਨ ਹੋਏ ਬਡੇਰ। ਕਰ ਸੰਗ ਲਾਵਨ ਕੀਨ, ਪੁਲ ਗਾਏ ਪ੍ਰੇਮ ਪ੍ਰਬੀਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜ਼ਹਰਾ ਜ਼ਹੂਰ, ਹਾਜ਼ਰਾ ਹਜ਼ੂਰ, ਸਰਬ ਕਲਾ ਭਰਪੂਰ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਪਰਮ ਸਨਮਾਨਯੋਗ ਸਤਿਗੁਰਾਂ ਦੀ ਪਿਆਰ ਵਾਲੀ ਸ਼ਰਧਾ ਵਾਲੀ ਸਾਧ ਸੰਗਤ ਜੀਓ, ਵਡਿਆਈ ਦੇ ਪਾਤਰ ਆਪ ਜੀ, ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਫਰੀਮਾਨ ਵਿਖੇ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ। ਗੁਰੂ ਪਿਤਾ ਜੀ ਦੀ ਨਿੱਘੀ ਪਿਆਰੀ ਗੋਦ ਵਿੱਚ ਬੈਠ ਕੇ ਗੁਰੂ ਦੀਆਂ ਸਾਖੀਆਂ, ਗੁਰੂ ਦੀਆਂ ਸਿੱਖਿਆਵਾਂ, ਗੁਰ ਇਤਿਹਾਸ ਦੀ ਕਥਾ ਦੇ ਦੁਆਰਾ ਸਰਵਣ ਕਰਕੇ ਸਤਿਗੁਰਾਂ ਦੀਆਂ ਅਸੀਸਾਂ ਬਖਸ਼ੀਸਾਂ ਆਪਣੀ ਪ੍ਰਾਪਤ ਕਰਦੇ ਹੋ। ਤੀਸਰੇ ਨਾਨਕ ਜਾਲ ਪਾ ਪਦਾਰਥ ਪਿੱਤਲੇ ਗੁਰ ਅਮਰਦਾਸ ਜਿਠੈ ਮਿਲੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਇਤਿਹਾਸ ਦੀ ਚੱਲ ਰਹੀ ਵਿਚਾਰ ਦੇ ਅਨੁਸਾਰ ਕੱਲ ਦੇ ਦੀਵਾਨ ਅੰਦਰ ਆਪ ਜੀ ਨੇ ਸਰਵਣ ਕੀਤਾ ਕਿ ਧੰਨ ਗੁਰੂ ਅੰਗਦ ਦੇਵ ਮਹਾਰਾਜ ਬਾਬਾ ਅਮਰਦਾਸ ਜੀ ਨੂੰ ਪੁੱਛਦੇ ਆ, ਜੋ ਕੁਝ ਵਾਪਰਿਆ ਰਾਤ ਉਹ ਦੱਸੋ। ਤੇ ਬਾਬਾ ਅਮਰਦਾਸ ਕਹਿੰਦੇ, ਮਹਾਰਾਜ ਮੈਂ ਤੇ ਤਾਂ ਦੱਸਾਂ ਨਾ ਜੇ ਤੁਹਾਨੂੰ ਨਾ ਪਤਾ ਹੋਵੇ। ਤੁਸੀਂ ਅੰਤਰਜਾਮੀ ਸਭ ਜਾਣਦੇ ਹੋ। ਮਹਾਰਾਜ ਨੇ ਜੁਲਾਹਾ ਨੂੰ ਬੁਲਾਇਆ, ਜੁਲਾਹੀ ਨਾਲ ਆ ਗਈ ਆ। ਸਤਿਗੁਰੂ ਜੀ ਉਹਨਾਂ ਨੂੰ ਕਹਿੰਦੇ, ਦੱਸੋ ਭਾਈ ਕੀ ਹੋਇਆ ਤੇ ਸੱਚ ਬੋਲਿਓ, ਕੋਈ ਗੱਲ ਛਪੋਇਓ ਨਾ, ਲੁਕੋਇਓ ਨਾ। ਇੱਥੇ ਵੀ ਦੁਖੀ ਹੋਵੋਗੇ, ਉੱਥੇ ਵੀ ਦੁਖੀ ਹੋਵੋਗੇ। ਉਹਨਾਂ ਸੱਚ ਬੋਲਿਆ, ਜੋ ਕੁਛ ਹੋਇਆ ਜੁਲਾਹੀ ਨੇ ਸਾਰਾ ਦੱਸਿਆ ਕਿ ਮਹਾਰਾਜ ਤੁਹਾਡਾ ਸੇਵਕ ਪਿਆਰਾ ਅਮਰਦਾਸ ਇਹ ਕਿਵੇਂ ਡਿੱਗਿਆ, ਕਿਵੇਂ ਖਰਾਬ ਹੋਇਆ, ਜੋ ਕਿ ਮੈਂ ਪੁੱਛਿਆ ਤੇ ਮੇਰੀ ਘਰ ਵਾਲੀ ਨੇ ਜੋ ਕਿਹਾ ਉਹਨੇ ਸਾਰਾ ਦੱਸਿਆ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸੁਣਿਆ। ਬਾਬਾ ਅਮਰਦਾਸ ਨੇ ਹੱਥ ਜੋੜੇ ਬੇਨਤੀ ਕੀਤੀ, ਦਾਤਾ ਇਹਨੇ ਜਿਸ ਵੇਲੇ ਤੁਹਾਡੇ ਤੇ ਤਰਕ ਕੀਤਾ, ਗੁਰੂ ਦੀ ਸੇਵਾ ਦਾ ਤਰਕ ਕੀਤਾ, ਫਿਰ ਮੇਰੇ ਤੋਂ ਉਹ ਨਹੀਂ ਬਰਦਾਸ਼ਤ ਹੋਇਆ ਤੇ ਮੈਂ ਬਾਬਰੀ ਕਹਿ ਦਿੱਤਾ। ਇਹ ਬਾਬਰੀ ਹੋ ਗਈ। ਗੁਰੂ ਅਮਰਦਾਸ ਮਹਾਰਾਜ ਜੀ ਦੀ ਸ਼ਰਧਾ, ਉਹਨਾਂ ਦਾ ਪ੍ਰੇਮ, ਉਹਨਾਂ ਦਾ ਅਕੀਦਾ, ਉਹਨਾਂ ਦੀ ਪ੍ਰੀਤ, ਉਹਨਾਂ ਦੀ ਪ੍ਰਤੀਤ ਗੁਰੂ ਪ੍ਰਤੀ ਧੰਨ ਗੁਰੂ ਅੰਗਦ ਦੇਵ ਮਹਾਰਾਜ ਇਹਨੇ ਸਾਲਾਂ ਤੋਂ ਦੇਖ ਰਹੇ ਸਨ। ਅੱਜ ਫਿਰ ਪਿਆਰ ਰੱਖੀਏ। ਗੁਰੂ ਅੰਗਦ ਦੇਵ ਮਹਾਰਾਜ ਬੜੇ ਪ੍ਰਸੰਨ ਹੋਏ, ਬੜੇ ਖੁਸ਼ ਹੋਏ ਤੇ ਕੱਲ ਸਰਵਣ ਕੀਤਾ ਆਪ ਜੀ ਨੇ ਕਿ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਕਿਹੜੀਆਂ ਕਿਹੜੀਆਂ ਰਹਿਮਤਾਂ ਬਰਕਤਾਂ ਬਾਬਾ ਅਮਰਦਾਸ ਦੀ ਝੋਲੀ ਪਾਈਆਂ। 12 ਦਾ ਜ਼ਿਕਰ ਕੀਤਾ ਜੀ ਕਵੀ ਜੀ ਨੇ। 12 ਉਹ 12 ਬਰਕਤਾਂ ਬਾਬਾ ਅਮਰਦਾਸ ਦੀ ਝੋਲੀ ਪਾ ਕੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਸਭ ਤੋਂ ਵੱਡੀ ਰਹਿਮਤ ਹੁਣ ਜਿਹੜੀ ਲੱਗਿਆ ਕਰਨ। ਇਹ ਜੋ ਵਿਚਾਰ ਹੈ ਕਲੇਰੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਬੜੇ ਪਿਆਰ ਵਿਸਤਾਰ ਦੇ ਨਾਲ ਇਸ ਤਰ੍ਹਾਂ ਤਰਜ਼ੇ ਬਿਆਨ ਕਰਦੇ ਹਨ ਜੀ। ਬਰ ਦੀਨ ਦਵਾਦਸ਼ ਹੇਰ, ਬਾਰ ਦੀਨ ਦਵਾਦਸ਼ ਹੇਰ, ਦਵਾ ਤੇ 10, 10 ਅਤੇ 2 12, 12 ਬਖਸ਼ਾਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਬਾਬਾ ਅਮਰਦਾਸ ਦੀ ਝੋਲੀ ਪਾਈਆਂ ਹਨ ਜੀ। ਸੋ ਪ੍ਰਸੰਨ ਹੋਏ ਬਡੇਰ, ਬਹੁਤ ਪ੍ਰਸੰਨ ਹੈ ਬਾਬਾ ਅਮਰਦਾਸ ਤੇ, ਬਹੁਤ ਖੁਸ਼ ਹੋਏ ਹਨ ਜੀ। ਗੁਰ ਸੰਗ ਲਾਵਨ ਕੀਨ, ਤੇ ਫਿਰ ਪਿਆਰ ਗਲੇ ਲਗਾ ਲਿਆ। ਧੰਨ ਬਾਬਾ ਅਮਰਦਾਸ ਮਹਾਰਾਜ ਜੀ ਨੂੰ ਗੁਰੂ
12 ਸਾਲ ਪਹਿਲਾਂ ਆਏ ਤੇ ਜਦੋਂ ਗਲੇ ਲੱਗੇ ਸੀ ਨਾ ਲਗਾਉਣ ਤੇ ਗੁਰ ਅਮਰਦਾਸ ਮਹਾਰਾਜ ਕਹਿੰਦੇ ਆ ਗਲੇ ਨਾ ਲਗਾਓ, ਮੈਨੂੰ ਚਰਨੀ ਲਗਾਓ। ਮੈਂ ਕੁੜ ਬਣ ਕੇ ਨਹੀਂ ਆਇਆ, ਅੱਜ ਮੈਂ ਇੱਕ ਸੇਵਕ ਬਣ ਕੇ ਆਇਆ, ਤੁਹਾਡੇ ਚਰਨਾਂ 'ਚ ਥਾਂ ਲੈਣ ਵਾਸਤੇ ਆਇਆ। ਬਸ ਸਿੱਖੀ ਬਖਸ਼ੋ। ਅੱਜ ਸੇਵਾ ਥਾਂ ਪਈ, ਕਾਲ ਥਾਂ ਪਈ ਆ ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਨੇ ਬਾਬਾ ਅਮਰਦਾਸ ਨੂੰ ਗਲੇ ਲਗਾਇਆ। ਜਦੋਂ ਗੁਰੂ ਆਪਣੇ ਸੇਵਕ ਨੂੰ, ਦਾਸ ਨੂੰ ਬਹੁਤ ਪਿਆਰ ਕਰਦਾ ਹੈ, ਗੁਰੂ ਗਲੇ ਲਗਾਉਂਦਾ ਹੈ। ਤੇ ਜਿਸ ਵੇਲੇ ਭਗਵਾਨ ਆਪਣੇ ਭਗਤ ਨੂੰ ਪਿਆਰ ਕਰਦਾ ਹੈ ਤੇ ਭਗਵਾਨ ਨੂੰ ਗਲੇ ਲਗਾਉਂਦਾ ਹੈ। ਗਲੇ ਲਗਾਈ ਉਸ ਨੂੰ ਜਾਂਦੀ ਜਿਹੜਾ ਬੜਾ ਪਿਆਰਾ ਹੋਵੇ। ਫਿਰ ਬੇਨਤੀ ਕਰ, ਗਲੇ ਉਸ ਨੂੰ ਲਗਾਇਆ ਜਾਂਦਾ ਹੈ ਜਿਸ ਨਾਲ ਤੁਹਾਨੂੰ ਬਹੁਤ ਪਿਆਰ ਹੋਵੇ, ਸਨੇਹ ਹੋਵੇ। ਹਰ ਕਿਸੇ ਨੂੰ ਗਲੇ ਨਹੀਂ ਲਗਾਇਆ ਜਾਂਦਾ। ਸਤਿਗੁਰੂ ਨੇ ਪਵਿੱਤਰ ਬਾਣੀ 'ਚ ਗਲੇ ਲੱਗਣ ਦੀ ਬੜੀ ਗੱਲ ਕੀਤੀ ਆ। ਹਮ ਤੁਮਰੀ ਕਰੋ ਨਿਤ ਆਸ ਪ੍ਰਭ ਮੋਹੇ, ਕਬ ਗਲ ਲਾਵੇਂਗੇ। ਇਹ ਪ੍ਰਭੂ ਕਦੋਂ ਮੈਨੂੰ ਗਲ ਲਗਾਉਂਗੇ। ਅਰਦਾਸ ਕੀਤੀ ਜਾਂਦੀ ਆ ਕਿ ਤੇਰਿਆ ਭਗਤਾ ਭੁਖ ਸਦ ਤੇਰੀਆ, ਹਰ ਲੋਚਾ ਪੂਰਨ ਮੇਰੀਆ, ਦੇਹੋ ਦਰਸ ਸੁਖ ਦਾਤਿਆ, ਮੈਂ ਗਲ ਵਿੱਚ ਲੈਹੋ ਮਿਲਾਏ ਜੀਓ। ਗਲੇ ਲੱਗਣ ਦੀ ਬੜੀ ਗੱਲ ਹੈ। ਕੰਠ ਲਾਏ ਆਵਨ ਸਾ ਮੇਟੈ, ਦਿਹਾਲ ਪੁਰਖ ਬਖਸਾਂਦਾ। ਗਲੇ ਲਗਾਉਂਦਾ ਮੇਰਾ ਪਰਮਾਤਮਾ। ਪਰ ਫਿਰ ਬੇਨਤੀ ਕਰਨ, ਗਲੇ ਉਸੇ ਨੂੰ ਲਗਾਇਆ ਜਾਂਦਾ ਹੈ ਜਿਸ ਨਾਲ ਤੁਹਾਨੂੰ ਬਹੁਤ ਪਿਆਰ ਹੋਵੇ। ਦੁਨਿਆਵੀ ਤੌਰ ਤੇ, ਸਮਾਜਿਕ ਤੌਰ ਤੇ ਵੇਖਦੇ ਹਾਂ, ਅਸੀਂ ਚੱਲਦੇ ਜਾਂਦੇ ਹਾਂ ਬਾਜ਼ਾਰ ਵਿੱਚ, ਬੜੇ ਲੋਕ ਮਿਲਦੇ ਆ, ਦੂਰ ਹੱਥ ਵੀ ਖੜਾ ਕਰਦੇ ਨੇ, ਕਿਸੇ ਫਤਿਹ ਵੀ ਬੁਲਾ ਦਿੰਦੇ ਆ, ਪਰ ਸਾਰਿਆਂ ਨੂੰ ਗਲੇ ਤੇ ਲਾ ਕੇ ਮਿਲਦੇ ਨਾ। ਪਰ ਜਦੋਂ ਕਿ ਆਪਣਾ ਭਰਾ ਮਿਲਦਾ ਆ, ਜਦੋਂ ਕਿ ਆਪਣਾ ਖਾਸ ਦੋਸਤ ਮਿਲਦਾ ਆ, ਉਹਨੂੰ ਪਰ ਹੱਥ ਖੜਾ ਕਰਕੇ ਨਹੀਂ ਲੰਘਿਆ ਜਾਂਦਾ। ਉਹਨੂੰ ਜਦੋਂ ਮਿਲਦਾ ਗਲੇ ਲਾ ਕੇ ਮਿਲਦੇ ਆ। ਜਿਹੜਾ ਜਿੱਦਾਂ ਦਾ ਪਿਆਰ ਹੋਵੇ ਉਹਨੂੰ ਗਲੇ ਲਗਾਇਆ ਜਾਂਦਾ ਹੈ। ਹਾਂ, ਵੇਖੋ ਹੁਣ ਮਾਂ ਆਪਣੇ ਬੱਚੇ ਨੂੰ ਗਲੇ ਲਗਾਉਂਦੀ ਆ। ਬੱਚਾ ਪਰਦੇਸਾਂ ਤੋਂ ਆਉਂਦਾ, ਪਿਆਰ ਬੱਚਾ ਮਾਂ ਦੇ ਚਰਨੀ ਲੱਗਦਾ ਤੇ ਮਾਂ ਬੱਚੇ ਨੂੰ ਗਲੇ ਲਗਾ ਲੈਂਦੀ ਆ। ਬਾਬਾ ਅਮਰਦਾਸ ਪਹਿਲਾਂ ਤੇ ਚਰਨੀ ਲੱਗੇ, ਅੱਜ ਧੰਨ ਗੁਰੂ ਅੰਗਦ ਦੇਵ ਜੀ ਨੇ ਗਲੇ ਲਗਾ ਲਿਆ। ਜਿਸ ਨਾਲ ਪਿਆਰ ਹੋਵੇ ਗਲੇ ਉਸ ਨੂੰ ਲਗਾਇਆ ਜਾਂਦਾ ਹੈ। ਤੇ ਮੈਨੂੰ ਕਿਵੇਂ ਕਰਨਾ, ਚਲੋ ਹੁਣ ਤੇ ਕਲਚਰ ਹੀ ਹੋਰ ਹੋ ਗਿਆ। ਆਪ ਸਿਆਣੇ ਸੱਜਣ ਬੈਠੇ ਹੋ, ਨਹੀਂ ਤਾਂ ਪਹਿਲਾਂ ਆਪਾਂ ਝਾਤੀ ਮਾਰੀਏ ਨਾ ਆਪਣੀਆਂ ਮਾਵਾਂ ਵੱਲ, ਆਪਣੀਆਂ ਦਾਦੀਆਂ ਵੱਲ, ਜਦੋਂ ਪਿਆਰ ਮਿਲਦੀ ਗਲੇ ਲਾ ਕੇ ਮਿਲਦੀਆਂ ਸੀ ਉਹਨਾਂ ਦੇ। ਸੱਜੇ ਪਾਸੇ ਮਿਲਣਾ, ਖੱਬੇ ਪਾਸੇ ਮਿਲਣਾ। ਕਿਉਂ? ਉਦੋਂ ਸਨੇਹ ਸੀ ਉਹਨਾਂ ਦੇ ਵਿੱਚ, ਉਦੋਂ ਦਿਲਾਂ 'ਚ ਪਿਆਰ ਸੀ, ਸਤਿਕਾਰ ਸੀ। ਹੁਣ ਉਹ ਪਿਆਰ ਵੀ ਨਹੀਂ ਰਿਹਾ, ਦੋਰੀ ਹਾਏ ਹਾਏ ਤੇ ਬਾਏ ਬਾਏ ਰਹਿ ਗਿਆ। ਉਹ ਚੀਜ਼ ਰਹੀ ਨਹੀਂ। ਇਹ ਸੱਚ ਹੈ। ਸਾਡੀਆਂ ਮਾਵਾਂ, ਸਾਡੀਆਂ ਮਾਸੀਆਂ, ਚਾਚੀਆਂ ਤਾਈਆਂ ਮਿਲਣਾ, ਸਾਡੀਆਂ ਭੂਆ ਨੇ ਆਉਣਾ, ਪਿਆਰ ਸਾਡੀ ਮਾਂ ਨੇ ਗਲੇ ਲਾ ਕੇ ਮਿਲਣਾ। ਕਿੰਨੀ ਕਿੰਨੀ ਦੇਰ ਗਲੇ ਲੱਗੀਆਂ ਰਹਿਣਾ ਜੀ ਉਹਨਾਂ ਨੇ, ਕਦੇ ਸੱਜੇ ਪਾਸੇ ਕਦੇ ਖੱਬੇ ਪਾਸੇ। ਕਿਉਂ? ਅਸਲ 'ਚ ਸਨੇਹ ਨਹੀਂ ਰਹਿ ਗਿਆ। ਹੁਣ ਤਾਂ ਦੂਰੇ ਬਾਏ ਬਾਏ ਆਇਆ ਹੈ। ਇਹ ਸੱਚ ਹੈ, ਕਿਉਂਕਿ ਪਿਆਰ ਨਹੀਂ। ਜਿੱਥੇ ਪਿਆਰ ਹੋ, ਪ੍ਰੇਮ ਹੋ, ਗਲੇ ਉਸ ਨੂੰ ਲਗਾਇਆ ਜਾਂਦਾ ਹੈ। ਇਸੇ ਤਰ੍ਹਾਂ ਪਿਆਰ ਜਦੋਂ ਗੁਰੂ ਸਿੱਖ ਨੂੰ ਪਿਆਰ ਕਰਦਾ ਹੈ, ਗੁਰੂ ਸਿੱਖ ਨੂੰ ਗਲੇ ਲਗਾ ਦਿੰਦਾ ਹੈ, ਗੁਰੂ ਗਲੇ ਲਗਾਉਂਦਾ ਹੈ। ਬਾਬਾ ਅਮਰਦਾਸ ਮਹਾਰਾਜ ਉਹਨਾਂ ਦੀ ਸੇਵਾ ਤੇ ਬਹੁਤ ਪ੍ਰਸੰਨ ਨੇ। ਧੰਨ ਗੁਰੂ ਅੰਗਦ ਦੇਵ ਜੀ ਤੁਰਠੇ ਨੇ ਤੇ ਤੁਰਟ ਕੇ ਉਹਨਾਂ ਨੂੰ ਆਪਣੇ ਗਲ ਨਾਲ ਲਗਾਇਆ ਹੈ ਜੀ। ਪੁਲ ਕਾਏ ਪ੍ਰੇਮ ਪ੍ਰਬੀਨ, ਤੇ ਫਿਰ ਪਿਆਰ ਪੁਲਕਿਓ ਤੁਮਰਾ ਦੇ ਰੋਮ ਰੋਮ ਰੋਂਦੇ ਖੜੇ ਹੋ ਗਏ। ਜਾਂ ਇਵੇਂ ਕਹਿ ਲਈਏ ਕਿ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਵੀ ਰੋਮ ਰੋਮ ਦੇ ਵਿੱਚੋਂ ਬਾਬਾ ਅਮਰਦਾਸ ਜੀ ਦੇ ਲਈ ਪਿਆਰ ਫੁੱਟਿਆ। ਇਹ ਸੱਚ ਹੈ ਕਿ ਜਦੋਂ ਸਿੱਖ ਆਪਣੇ ਗੁਰੂ ਨੂੰ ਬਹੁਤ ਪਿਆਰ ਕਰਦਾ ਹੈ ਤੇ ਗੁਰੂ ਵੀ ਸਿੱਖ ਨੂੰ ਬਹੁਤ ਪਿਆਰ ਕਰਦੇ ਆ, ਬਹੁਤ ਪਿਆਰ ਦਿੰਦੇ ਆ। ਜੋ ਭਾਈ ਸਾਹਿਬ ਭਾਈ ਗੁਰਦਾਸ ਦੇ ਬੱਚੋਂ ਨੇ ਕਿ ਚਰਨ ਸਰਨ ਗੁਰ ਏਕ ਪੈਂਡਾ ਜਾਏ ਚੜ, ਸਤਿਗੁਰ ਕੋਟ ਪੈਂਡਾ ਆਗੇ ਉਹ ਲੇਤਾ। ਇਹਦਾ ਮਤਲਬ ਇਹ ਆ ਕਿ ਸਿੱਖਾ ਤੂੰ ਗੁਰੂ ਨੂੰ ਪਿਆਰ ਕਰੇਗਾ ਨਾ ਤੇ ਗੁਰੂ ਤੈਨੂੰ ਬਹੁਤ ਪਿਆਰ ਕਰੇਗਾ। ਗੁਰੂ ਤੈਨੂੰ ਘਰ ਵਕੜੀ ਚ ਲੈ ਲੇਗਾ, ਗੁਰੂ ਇੰਨਾ ਪਿਆਰ ਕਰਦਾ ਹੈ। ਇਹ ਗੁਰੂ ਦਾ ਪਿਆਰ ਹੀ ਹੈ ਨਾ ਜੀ। ਵੇਖੋ ਅੱਜ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਉਹਨਾਂ ਦਾ ਜਨਮ ਦਿਹਾੜਾ ਹੈ ਤੇ ਧੰਨ ਗੁਰੂ ਹਰਿ ਸਾਹਿਬ ਜੀ ਉਹਨਾਂ ਦਾ ਗੁਰਤਾ ਗੱਦੀ ਤੇ ਸਬਾਈਮਾਨ ਹੋਣ ਦਾ ਜਨਮ ਦਿਹਾੜਾ ਹੈ। ਆਪ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਧੰਨ ਗੁਰੂ ਹਰਿ ਸਾਹਿਬ ਜੀ ਉਹਨਾਂ ਦੇ ਗੁਰਤਾ ਗੱਦੀ ਗੁਰਪੁਰਬ ਦੀਆਂ ਤੇ ਬਾਬਾ ਜੁਝਾਰ ਸਿੰਘ ਜੀ ਉਹਨਾਂ ਦੇ ਇਹ ਜਨਮ ਦਿਹਾੜੇ ਦੀ। ਸਿੱਖਾਂ ਨੂੰ ਪਿਆਰ ਹੀ ਹੈ ਨਾ ਜੀ। ਕੌਮ ਨਾਲ ਪੰਥ ਨਾਲ ਇੰਨਾ ਪਿਆਰ ਹੈ ਕਿ ਚਮਕੌਰ ਸਾਹਿਬ ਦੀ ਗੜੀ ਆ,
ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਸਿੱਖਾਂ ਨੂੰ ਪਿਆਰ ਹੀ ਨਾ ਕਿ ਚਮਕੌਰ ਦੀ ਗੜ੍ਹ ਵਿੱਚ ਆਹ ਗੱਲ ਕਹਿੰਦੇ ਆ ਕਿ ਪੰਥ ਵਸੇ ਮੈਂ ਪੁੱਜੜਾ ਮਨ ਚੌਕ ਰਿਹਾ। ਇਹ ਪਿਆਰ ਹੈ ਗੁਰੂ ਦਾ ਕਿ ਮੇਰਾ ਪੰਥ ਵਸਦਾ ਰਹੇ, ਮੈਂ ਪੁੱਜੜ ਜਾਵਾਂ। ਮੇਰੇ ਬਿੰਦੀ ਪੁੱਤਰ ਰਹਿਣ ਚਾਹੇ ਨਾ ਰਹਿਣ, ਇੱਕ ਨੂੰ ਨਾਦੀ ਪੁੱਤਰ ਰਹਿਣਾ ਚਾਹੀਦਾ ਹੈ। ਖਾਲਸਾ ਪੰਥ ਇਹ ਪਿਆਰ ਹੈ, ਇਹ ਗੁਰੂ ਦਾ ਪਿਆਰ ਹੈ। ਖੈਰ ਧੰਨ ਗੁਰੂ ਅਮਰਦਾਸ ਮਹਾਰਾਜ ਪਿਆਰੇ ਉਹਨਾਂ ਦੇ ਲਈ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਰੋਮ ਰੋਮ ਖੜਾ ਹੋ ਜਾਂਦਾ ਹੈ। ਇਵੇਂ ਇੱਕ ਰੋਮ ਰੋਮ ਦੇ ਵਿੱਚੋਂ ਬਾਬਾ ਅਮਰਦਾਸ ਲਈ ਰਹਿਮਤਾਂ ਤੇ ਪਿਆਰ ਢਲਕਦਾ ਹੈ ਜੀ। ਮਮ ਰੂਪ ਭੇ ਮਿਲ ਅੰਗ। ਤੇ ਫਿਰ ਆਹ ਗੱਲ ਕਹੀ, ਕਹਿੰਦੇ ਬਾਬਾ ਅਮਰਦਾਸ ਸਾਡੇ ਅੰਗ ਲੱਗ ਗਏ ਨਾ ਤੇ ਤੁਸੀਂ ਮੇਰਾ ਰੂਪ ਹੀ ਹੋ ਗਏ। ਤੁਹਾਡੇ ਤੇ ਮੇਰੇ ਚੋਂ ਕੋਈ ਫਰਕ ਨਹੀਂ ਰਹਿ ਗਿਆ। ਇੰਨੀ ਸੇਵਾ ਕੀਤੀ ਆ, ਇੰਨੀ ਘਰਨਾ ਘਾਲੀ ਆ, ਤੁਸੀਂ ਹੁਣ ਮੇਰਾ ਰੂਪ ਹੋ ਗਏ ਹੋ, ਮੇਰੇ ਵਰਗੇ ਹੋ ਗਏ ਅੰਗ ਲਾ ਕੇ। ਤੇ ਕਦੇ ਗੁਰੂ ਨਾਨਕ ਦੇ ਅੰਗ ਮੈਂ ਲੱਗਿਆ ਸਾਂ ਤੇ ਬਾਬੇ ਨਾਨਕ ਨੇ ਆਪਣਾ ਰੂਪ ਬਣਾ ਲਿਆ ਸੀ ਮੈਨੂੰ। ਅੱਜ ਤੁਸੀਂ ਸਾਡੇ ਅੰਗ ਲੱਗੇ ਤੇ ਸਾਡਾ ਰੂਪ ਹੋ ਗਏ ਹੋ। ਤੇ ਸੱਚ ਹੈ ਪਿਆਰੇ, ਜਦੋਂ ਸਿੱਖ ਅੰਦਰੋਂ ਬਾਹਰੋਂ ਸਚਿਆਰ ਹੋ ਜਾਂਦਾ ਹੈ ਉਦੋਂ ਗੁਰੂ ਵਰਗਾ ਹੋ ਜਾਂਦਾ ਹੈ। ਜਦੋਂ ਅੰਦਰੋਂ ਬਾਹਰੋਂ ਸ਼ੁੱਧ ਹੋ ਜਾਂਦਾ ਹੈ, ਖਾਲਸ ਹੋ ਜਾਂਦਾ ਹੈ, ਕਰਤਾਰ ਕਰਕੇ, ਆਚਾਰ ਕਰਕੇ, ਵਿਚਾਰ ਕਰਕੇ, ਜਦੋਂ ਜਿਹੜਾ ਸਿੱਖ ਹੈ ਪਿਆਰ ਬਿਲਕੁਲ ਐ ਪਵਿੱਤਰ ਜੀਵਨ ਵਾਲਾ ਹੋ ਜਾਂਦਾ, ਫਿਰ ਖਾਲਸਾ ਬਣ ਜਾਂਦਾ ਹੈ। ਜਿਹੜਾ ਖਾਲਸਾ ਬਣ ਜਾਂਦਾ ਉਹ ਫਿਰ ਗੁਰੂ ਦਾ ਰੂਪ ਹੋ ਜਾਂਦਾ ਹੈ। ਖਾਲਸਾ ਜਿਹੜਾ ਕਰਤਾਰ ਕਰਕੇ, ਆਚਾਰ ਕਰਕੇ, ਵਿਚਾਰ ਕਰਕੇ, ਜਿਹੜਾ ਜੀਵਨ ਕਰਕੇ ਬਿਲਕੁਲ ਖਾਲਸਾ ਅੰਦਰੋਂ ਬਾਹਰੋਂ, ਖਾਲਸਾ ਦਾ ਤੇ ਬਿਲਕੁਲ ਸ਼ੁੱਧ ਪਿਓਰ, ਜਿਸ ਅੰਦਰ ਜ਼ਰਾ ਜ਼ਰੀ ਮਿਲਾਵਟ ਨਹੀਂ, ਜਿਸ ਅੰਦਰ ਜ਼ਰਾ ਜੀ ਖੋਟ ਨਹੀਂ, ਕੋਈ ਮੈਲ ਨਹੀਂ, ਖਾਲਸਾ ਹੋਇਆ। ਕੇਵਲ ਖਾਲਸਾ ਲਿਖਾ ਲੈਣਾ, ਕਹਾ ਲੈਣਾ ਇਹ ਤੇ ਬਾਤ ਦੀਆਂ ਗੱਲਾਂ ਹੈ ਜੀ। ਜੇਕਰ ਖਾਲਸਾ ਬਣਨਾ ਇਹ ਬੜਾ ਕਠਿਨ ਹੈ। ਖਾਲਸਾ ਖਾਸ ਕਹਾਵੇ ਸੋਈ, ਜਾ ਕੇ ਅੰਦਰ ਭਰਮ ਨਾ ਹੋਈ। ਜਿਹੜਾ ਖਾਲਸਾ ਆ ਕਿਰਪਾ ਆਉਣ ਵਾਲੇ ਦਿਨਾਂ 'ਚ ਕਰਾਂਗੇ ਖਾਲਸੇ ਦੀ ਜਰੂਰੀ ਚਿੱਤੀ ਆ ਜੀ। ਖਾਲਸੇ ਅੰਦਰ ਕਿਹੜੀ ਕੁਆਲਿਟੀ ਚਾਹੀਦੀ ਆ, ਖਾਲਸਾ ਹੈ ਕੌਣ ਹੈ? ਖਾਲਸਾ ਜਿਹੜਾ ਖਾਲਸਾ ਹੈ ਉਹ ਬਿਲਕੁਲ ਪਿਓਰ। ਗੁਰੂ ਮਹਾਰਾਜ ਜੀ ਦਾ ਖਾਲਸਾ ਮੇਰਾ ਰੂਪ ਹੈ ਜੀ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਮਹਾਰਾਜ ਕਹਿੰਦੇ ਨੇ ਹਉ ਖਾਲਸੇ ਕਾ ਖਾਲਸਾ ਮੇਰੋ, ਓਤ ਬੁੱਧ ਸਾਗਰ ਬੁੰਦੇਰੋ। ਮੈਂ ਤੇ ਮੇਰਾ ਖਾਲਸਾ ਐ ਮਿਲਿਆ ਕਿ ਬੂੰਦ ਤੇ ਸਾਗਰ, ਓਤ ਓਤਾਣਾ ਤੇ ਪੇਟਾ ਦੋਨੋਂ ਇੱਕ ਹੀ ਸੀ। ਪਰ ਕਿਹੜਾ ਖਾਲਸਾ ਜੀ? ਆਤਮ ਰਸ ਜੇ ਜਾਣੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਜਕ ਨਾਹੀ ਭੇਵ। ਕਹਿੰਦੇ ਪਰ ਵਰਗੀ ਕੋਈ ਨਹੀਂ ਸਾਡੇ ਵਿੱਚ। ਇਸੇ ਤਰ੍ਹਾਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਨੇ ਬਾਬਾ ਅਮਰਦਾਸ ਤੁਸੀਂ ਸਾਡਾ ਰੂਪ ਹੋ ਗਏ ਹੋ, ਤੁਹਾਡੇ ਸਾਡੇ ਵਿੱਚ ਹੁਣ ਕੋਈ ਅੰਤਰ ਨਹੀਂ ਹੈ ਜੀ। ਸਲਦਾ ਮਿਲੇ ਜਿਮ ਗੰਗ। ਉਦਾਹਰਨ ਦਿੱਤੀ ਆ, ਕਹਿਣ ਲੱਗੇ ਜਿਵੇਂ ਕੋਈ ਨਦੀ ਗੰਗਾ ਵਿੱਚ ਮਿਲਦੀ ਆ ਤੇ ਗੰਗਾ ਦਾ ਰੂਪ ਹੋ ਜਾਂਦੀ ਆ। ਬਾਬਾ ਕਬੀਰ ਸਾਹਿਬ ਦੇ ਬਚਨ, ਉਹਨਾਂ ਦਾ ਬੜਾ ਪਿਆਰਾ ਸ਼ਬਦ ਹੈ, ਕਬੀਰ ਚੰਦਨ ਕੈਸਰ ਤਰਵਰ ਬਿਗੜਿਓ, ਸੋ ਤਰਵਰ ਚੰਦਨ ਹੋਏ ਨਿਬਰਿਓ, ਪਾਸ ਕੈਸਰ ਤਾਂਬਾ ਬਿਗੜਿਓ, ਸੋ ਤਾਂਬਾ ਕੰਚਨ ਹੋਏ ਨਿਬਰਿਓ। ਉੱਥੇ ਪਰ ਉਹਨਾਂ ਦੇ ਬੋਲਣੇ ਕਿ ਗੰਗਾ ਕੈਸਰ ਸਲਤਾ ਬਿਗੜੀ, ਸੋ ਸਲਤਾ ਗੰਗਾ ਹੋਏ ਨਿਬਰੀ। ਕਿਉਂ ਜਿਹੜੀ ਨਦੀ ਗੰਗਾ ਜਾ ਕੇ ਡਿੱਗੀ ਉਹ ਗੰਗਾ ਦਾ ਰੂਪ ਹੋ ਗਈ। ਤੁਸੀਂ ਤੇ ਅਸੀਂ ਐਵੇਂ ਰੂਪ ਹੋ ਗਏ ਆ ਜਿਵੇਂ ਕੋਈ ਨਦੀ ਗੰਗਾ ਜਾ ਕੇ ਡਿੱਗਦੀ ਆ ਤੇ ਗੰਗਾ ਦਾ ਰੂਪ ਹੋ ਜਾਂਦੀ ਹੈ। ਬਾਬਾ ਅਮਰਦਾਸ ਤੁਸੀਂ ਸਾਡਾ ਰੂਪ ਹੋ ਗਏ ਹੋ ਜੀ। ਜਿਮ ਬੂੰਦ ਸਿੰਧ ਮਝਾਰ। ਜਿਵੇਂ ਇੱਕ ਬੂੰਦ ਸਮੁੰਦਰ 'ਚ ਪੈ ਜਾਏ ਤੇ ਦੋਨੋਂ ਇੱਕ ਹੋ ਜਾਂਦੇ ਆ। ਅਸੀਂ ਤੁਸੀਂ ਇੱਕ ਹੋ ਗਏ। ਜੋਤ ਸਮਾਣੀ ਜੋਤ ਮਾਹੀ ਆਪਾ ਪੈਸੇ ਦੀ ਮਿਖਿਆਉਣ ਵਾਲੀ ਖੇਡ ਵਰਤ ਗਈ ਆ। ਅਸੀਂ ਇੱਕ ਹੋ ਗਏ ਆ। ਕਹਿ ਲਗੇ ਤੁਹਾਡੇ ਸਾਡੇ ਹੁਣ ਕੋਈ ਫਰਕ ਨਹੀਂ। ਜਿਵੇਂ ਗੰਗਾ ਦੇ ਵਿੱਚ ਕੋਈ ਨਦੀ ਪੈਂਦੀ ਆ, ਗੰਗਾ ਦਾ ਰੂਪ ਜਿਵੇਂ ਕੋਈ ਬੂੰਦ ਸਮੁੰਦਰ ਵਿੱਚ ਡਿੱਗਦੀ ਆ, ਉਹ ਸਮੁੰਦਰ ਹੀ ਬਣ ਜਾਂਦੀ ਆ। ਤੇ ਸਿੱਖ ਜਦੋਂ ਗੁਰੂ ਨਾਲ ਇੱਕ ਹੋ ਜਾਂਦਾ ਹੈ ਤੇ ਸਿੱਖ ਵੀ ਗੁਰੂ ਵਰਗਾ ਹੀ ਬਣ ਜਾਂਦਾ ਹੈ ਜੀ। ਤੇ ਮੈਂ ਇੱਕ ਰੂਪ ਹਮਾਰ। ਇਸੇ ਤਰ੍ਹਾਂ ਤੁਹਾਡੇ ਤੇ ਸਾਡਾ ਇੱਕ ਰੂਪ ਹੋ ਗਿਆ। ਤੁਸੀਂ ਅਸੀਂ ਤੁਸੀਂ ਆਪੇ ਗੁਰ ਚੇਲਾ ਹੈ, ਆਪੇ ਹਰ ਪਰ ਚੋਜ ਵਡਾਣੀ ਵਾਲੀ ਖੇਡ ਵਰਤ ਗਈ ਆ। ਅਸੀਂ ਇੱਕ ਹੋ ਗਏ ਹਾਂ ਜੀ।
ਦੋਹਰਾ ਕਨਕਾ ਪਾਵਕ ਦੋ ਬਿਖਾ ਬਿਲ ਸਰੂਪ ਇੱਕ ਤੇ ਹੋਏ। ਤੀਸਰੀ ਉਦਾਹਰਨ ਮਹਾਰਾਜ ਨੇ ਇਹ ਦਿੱਤੀ ਆ ਕਿ ਜਿਵੇਂ ਇੱਕ ਜੰਗਲ ਦੀ ਬਹੁਤ ਵੱਡੀ ਅੱਗ ਹੋਵੇ ਤੇ ਇੱਕ ਨਿੱਕਾ ਜਿਹਾ ਕਣਕਾ ਹੋਵੇ, ਚੰਗਿਆੜੀ ਹੋਵੇ ਅੱਗ ਦੀ, ਤੇ ਜਿਵੇਂ ਬਹੁਤ ਵੱਡੀ ਅੱਗ ਦੇ ਜੰਗਲ ਦੇ ਭਾਂਬੜਾਂ ਦੇ ਵਿੱਚ ਉਹ ਚੰਗਿਆੜੀ ਵੀ ਸਮਾ ਜਾਂਦੀ ਆ, ਉਹਦੇ ਵਿੱਚ ਲੀਨ ਹੋ ਜਾਂਦੀ, ਰੂਪ ਹੋ ਜਾਂਦੀ ਆ। ਇਸੇ ਤਰ੍ਹਾਂ ਅਸੀਂ ਇੱਕ ਹੋ ਗਏ ਹਾਂ ਜੀ। ਤਿਮ ਹਮ ਤੁਮ ਏਕੈ ਭਏ ਭੇਦ ਨ ਜਾਣੈ ਕੋਏ। ਇਸ ਕਰਕੇ ਕਹਿੰਦੇ ਤੁਸੀਂ ਅਸੀਂ ਤੁਸੀਂ ਹੋ ਗਏ, ਇੱਕ ਹੋ ਗਏ ਆ। ਇਸ ਵਿੱਚ ਹੁਣ ਕੋਈ ਭੇਦ ਨਹੀਂ ਆ, ਕੋਈ ਅੰਤਰ ਨਹੀਂ ਆ, ਕੋਈ ਫਰਕ ਨਹੀਂ ਆ। ਕੇਵਲ ਬਾਹਰ ਸਰੀਰਾਂ ਦਾ ਫਰਕ ਹੋ ਸਕਦਾ ਹੈ, ਵੇਖਣ ਨੂੰ ਦੋ ਜਾਵਾਂਗੇ ਪਰ ਅੰਦਰ ਅਸੀਂ ਇੱਕ ਹੋ ਚੁੱਕੇ ਹਾਂ ਜੀ। ਚੌਪਈ ਤੁਮ ਤਮ ਮਹਾ ਹੋਏ ਕਰ ਪਰਵੇਸ਼। ਤੇ ਫਿਰ ਨਾਲ ਆ ਵੀ ਗੱਲ ਕਹੀ, ਕਹਿੰਦੇ ਨੇ ਬਾਬਾ ਅਮਰਦਾਸ ਤੁਹਾਡੇ ਤਨ ਦੇ ਵਿੱਚ ਅਸਾਂ ਨੇ ਪ੍ਰਵੇਸ਼ ਕਰਨਾ ਆ। ਬਾਬਾ ਕੀ ਜੋ ਟਿਕਾਣੀ ਆ ਤੁਹਾਡੇ ਤਨ ਵਿੱਚ ਹੁਣ ਅਸਾਂ ਨੇ ਆਪਾ ਰੱਖ ਦੇਣਾ ਹੈ ਜੀ। ਕਰਨੇ ਹਾਂ ਜਗ ਕਾਜ ਵਿਸ਼ੇਸ਼। ਤੇ ਅਜੇ ਸੰਸਾਰ ਦੇ ਬੜੇ ਕਾਰਜ ਕਰਨੇ ਆ। ਜੋਤ ਉਹੀ ਰਹਿਣੀ ਆ, ਕੇਵਲ ਕਾਇਮ ਬਦਲੀ ਹੋਣੀ ਆ ਨਾ। ਜੋ ਤੋਹਾ ਜੁਗਤ ਸਾਏ ਸਹਿ ਕਾਇਆ ਫਿਰ ਪਲਟੀ ਆ, ਸਹਿ ਕਾਇਆ ਪਲਟੀ ਜਾਣੀ ਹੈ, ਜੋਤ ਉਹੀ ਰਹਿਣੀ ਆ। ਕਹਿ ਲਗੇ ਤੁਹਾਡੇ ਅੰਦਰ ਅਸਾਂ ਨੇ ਵਰਤਣਾ ਆ। ਅਜੇ ਬੜੇ ਕਮਾਲ ਦੇ ਕਾਰਜ ਕਰਨੇ ਆ, ਮਹਾਨ ਕਾਰਜ ਕਰਨੇ ਆ ਜਗਤ ਵਾਲੇ। ਉਹ ਕਿਹੜੇ ਕਿਹੜੇ ਕਾਰਜ ਕਰਨੇ ਆ? ਧੰਨ ਗੁਰ ਅਮਰਦਾਸ ਗੁਰਤਾ ਗੱਦੀ ਤੇ ਬਿਰਾਜਮਾਨ ਹੋਣਗੇ ਤੇ ਫਿਰ ਉਹ ਕਰਨੇ ਆ ਕਾਰਜ। ਇਹ ਸਤਿਗੁਰੂ ਗੁਰ ਅੰਗਦ ਦੇਵ ਮਹਾਰਾਜ ਜੀ ਕਹਿੰਦੇ ਆ ਅਸਾਂ ਤੁਹਾਡੇ ਤਨ ਵਿੱਚ ਪ੍ਰਵੇਸ਼ ਕਰਨਾ ਆ। ਅਜੇ ਜਗ ਦੇ ਬੜੇ ਖਾਸ ਵਿਸ਼ੇਸ਼ ਹੋਰ ਅਸਾਂ ਨੇ ਕਾਰਜ ਕਰਨੇ ਆ। ਫਿਰ ਬੇਨਤੀ ਕਰਾਂ ਕਿ ਗੁਰੂ ਘਰ ਦੀ ਇਹ ਮਰਿਆਦਾ ਆ ਪਿਆਰ, ਇੱਥੇ ਜੋਤ ਉਹੀ ਰਹਿੰਦੀ ਆ, ਕੇਵਲ ਸਰੀਰ ਬਦਲਦਾ ਆ। ਜਿਵੇਂ ਪਾਸੇ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਅਰਜੁਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ। ਪਿਆਰ ਕਾਇਆ ਬਦਲੀ ਹੈ, ਜੋਤ ਉਹੀ ਰਹੀ ਆ। ਇਸੇ ਤਰ੍ਹਾਂ ਅੱਜ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਕਿਰਪਾ ਕੀਤੀ ਆ ਤੇ ਗੁਰੂ ਹਰਿ ਸਾਹਿਬ ਜੀ ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਕੀਤਾ। ਅੱਜ ਦੇ ਦਿਨ 1644 ਈਸਵੀ ਨੂੰ ਪਰ ਜੋਤ ਉਹੀ ਬਾਬੇ ਨਾਨਕ ਵਾਲੀ ਆ, ਕਾਇਆ ਬਦਲੀ ਆ, ਸਰੀਰ ਬਦਲਿਆ। ਧੰਨ ਗੁਰੂ ਹਰਿ ਮਹਾਰਾਜ ਅੱਜ ਦੇ ਦਿਨ ਗੁਰਤਾ ਗੱਦੀ ਤੇ ਕੀਰਤਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਪਿਆਰੋ ਇਹ ਸਮਾਇਮਾਨ ਹੁੰਦੇ ਆ। ਕੇਵਲ ਕਾਇਆ ਬਦਲਦੀ ਆ, ਜੋਤ ਉਹੀ ਆ। ਇਸੇ ਤਰ੍ਹਾਂ ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿੰਦੇ ਨੇ ਬਾਬਾ ਅਮਰਦਾਸ ਜੀ ਤੁਹਾਡੇ ਹਿਰਦੇ ਵਿੱਚ ਸਾਡੀ ਜੋਤ ਨੇ, ਬਾਬੇ ਨਾਨਕ ਦੀ ਜੋਤ ਨੇ ਨਿਵਾਸ ਕਰਨਾ ਆ। ਤੁਹਾਡੀ ਕਾਇਆ 'ਚ ਅਸਾਂ ਨੇ ਪ੍ਰਵੇਸ਼ ਕਰਨਾ ਆ ਤੇ ਜਗਤ ਦੇ ਅਜੇ ਕਈ ਕਾਰਜ ਕਰਨੇ ਹਨ ਜੀ। ਏਮ ਪ੍ਰਸੰਨ ਇੱਕ ਰੂਪ ਬਨਾਇਓ। ਇਸ ਤਰ੍ਹਾਂ ਪ੍ਰਸੰਨ ਹੋ ਕੇ ਧੰਨ ਗੁਰ ਅੰਗਦ ਦੇਵ ਮਹਾਰਾਜ ਜੀ ਨੇ ਬਸ ਆਪਣਾ ਹੀ ਰੂਪ ਬਾਬਾ ਅਮਰਦਾਸ ਮਹਾਰਾਜ ਜੀ ਨੂੰ ਬਣਾ ਲਿਆ ਹੈ ਜੀ। ਸਤਿਗੁਰ ਸੇਵ ਸਕਲ ਸਫਲਾਇਓ। ਸਤਿਗੁਰੂ ਮਹਾਰਾਜ ਜੀ ਦੀ ਜੋ ਕੀਤੀ ਆ ਸੇਵਾ, ਪਿਆਰੇ ਸੇਵਾ ਸਫਲ ਹੋ ਗਈ। ਉਹ ਕਾਲ ਥਾਂ ਪੈ ਗਈ। ਗੁਰ ਅੰਗਦ ਦੇਵ ਮਹਾਰਾਜ ਜੀ ਬਹੁਤ ਤੁਰਫੇ ਨੇ ਤੇ ਹੁਣ ਪਿਆਰ ਸਰੀਰ ਵੱਖੋ ਵੱਖ ਨੇ ਪਰ ਅੰਦਰੋਂ ਇੱਕ ਆ। ਉਹ ਕਿਵੇਂ ਕਿ ਜਿਵੇਂ ਇੱਕ ਹੀ ਕਮਰਾ ਹੋਵੇ, ਉਸ ਕਮਰੇ ਦੇ ਵਿੱਚ ਪਿਆਰੇ ਦੋ ਅਸੀਂ ਦੀਵੇ ਰੱਖ ਦਈਏ ਤੇ ਜਗਾ ਦਈਏ, ਦੀਵੇ ਵੱਖ-ਵੱਖ ਨਜ਼ਰ ਆਉਣਗੇ ਪਰ ਜੋਤ ਇੱਕ ਹੋ ਜਾਏਗੀ, ਦੋਵਾਂ ਰੋਸ਼ਨੀ ਇੱਕ ਹੋ ਜਾਏਗੀ ਨਾ। ਹੁਣ ਨਿੱਕਾ ਕਮਰਾ ਹੋਵੇ, ਦੀਵੇ ਦੋ ਜਗਾਏ ਹੋਣੇ, ਇੱਕ ਇੱਧਰ ਇੱਕ ਉੱਧਰ ਆ, ਦੀਵੇ ਜਗਣਗੇ ਵੀ ਇੱਕ ਹੋਵਾ ਤੇ ਇੱਕ ਦੀਵੇ ਦੋ ਨੇ ਪਰ ਜਿਹੜੀ ਉਹਨਾਂ ਦੀ ਰੋਸ਼ਨੀ ਉਹ ਦੋ ਨਹੀਂ ਹੋਈ, ਰੋਸ਼ਨੀ ਕੋਈ ਹੋਵੇ ਕਿ ਵੰਡੇਗਾ। ਆ ਜਿਹੜਾ ਆ ਦੀਵਾਈ ਦੀ ਰੋਸ਼ਨੀ ਆਇਆ, ਇਹ ਜਿਹੜਾ ਦੀਵਾਈ ਦੀ ਰੋਸ਼ਨੀ ਆਇਆ, ਜੋਤ ਤੇ ਰੋਸ਼ਨੀ ਇੱਕ। ਇਸੇ ਤਰ੍ਹਾਂ ਧੰਨ ਗੁਰੂ ਅਮਰਦਾਸ ਗੁਰੂ ਅੰਗਦ ਦੇਵ ਜੀ ਸਰੀਰ ਵੱਖ-ਵੱਖ ਨੇ ਪਰ ਅੰਦਰ ਵਾਲਾ ਜਿਹੜੀ ਖੇਡ ਹੈ ਨਾ ਉਹ ਮਹਾਰਾਜ ਜੀ ਨੇ ਉਹਨਾਂ ਨੂੰ ਇੱਕ ਹੋ ਚੁੱਕੀ ਆ। ਆਪਣਾ ਹੀ ਰੂਪ ਉਹਨਾਂ ਨੂੰ ਬਣਾ ਲਿਆ ਹੈ ਜੀ। ਗੁਰ ਟੇਕਕ ਕਾਲ ਨਿਫਲ ਨ ਹੋਏ। ਤੇ ਫਿਰ ਕਵੀ ਜੀ ਕਹਿੰਦੇ ਨੇ ਸਤਿਗੁਰੂ ਦੀ ਹਜ਼ੂਰੀ ਵਿੱਚ ਕੀਤੀ ਹੋਈ ਜਿਹੜੀ ਕਹਾਣੀ ਆ ਨਾ ਜੀ ਉਹ ਕਦੇ ਅਸਫਲ ਨਹੀਂ ਜਾਂਦੀ। ਇੱਕ ਤਿਲ ਨਹੀਂ ਭੰਨੇ ਘਾਲ ਹੈ। ਗੁਰੂ ਘਰ ਕੀਤੀ ਸੇਵਾ ਕਦੇ ਅੰਜਾਈ ਨਹੀਂ ਜਾਂਦੀ। ਕੋਈ ਕਰਕੇ ਦੇਖੇ ਪਿਆਰੇ ਉਹਦਾ ਫਲ ਜ਼ਰੂਰ ਮਿਲਦਾ ਹੈ। ਕੀਤੀ ਹੋਈ ਸੇਵਾ ਉਹ ਥਾਂ ਪੈਂਦੀ ਹੀ ਪੈਂਦੀ ਆ, ਉਹ ਕਦੇ ਅੰਜਾਈ ਨਹੀਂ ਜਾਂਦੀ। ਗੁਰੂ ਘਰ ਕੀਤੀ ਸੇਵਾ ਇਹਦਾ ਫਲ
ਇਹ ਜ਼ਰੂਰ ਗੁਰੂ ਕਦੇ ਨਾ ਕਦੇ ਸਾਡੀ ਝੋਲੀ ਪਾਉਂਦਾ ਹੈ। ਜਿਨ੍ਹਾਂ ਨੇ ਕੀਤੀ, ਜਿਨ੍ਹਾਂ ਨੇ ਫਲ ਮਿਲਿਆ, ਕਦੇ ਪੁੱਛ ਕੇ ਦੇਖੋ ਕਿਹੜੀਆਂ ਕਿਹੜੀਆਂ ਰਹਿਮਤਾਂ ਉਹਨਾਂ ਨੇ ਮਿਲੀਆਂ। ਇਸ ਕਰਕੇ ਕਹਿ ਲੱਗੇ ਬਾਬਾ ਅਮਰਦਾਸ ਨੇ ਸੇਵਾ ਕੀਤੀ ਕਾਲ ਥਾਂ ਪਈ, ਤੇ ਗੁਰੂ ਘਰ ਦੀ ਕੀਤੀ ਕਾਲ ਸੇਵਾ ਕਦੇ ਅਣਜਾਈ ਨਹੀਂ ਜਾਂਦੀ ਹੈ ਜੀ। ਪਾਛਤ ਪਾਏ ਕਰਤ ਭਾਜੋਏ। ਪਿਆਰੇ, ਜੋ ਭਾਵਨਾ ਦੇ ਨਾਲ, ਜੋ ਸ਼ਰਧਾ ਦੇ ਨਾਲ, ਜੋ ਮਨਸਾ ਲੈ ਕੇ ਕੋਈ ਸੇਵਾ ਕਰਦਾ ਆ, ਉਹਦੀ ਮਨਸਾ, ਉਹਦੀ ਭਾਵਨਾ ਨੂੰ ਭਾਗ ਜ਼ਰੂਰ ਲੱਗਦੇ। ਪਰ ਹਾਂ, ਸ਼ੁੱਧ ਭਾਵਨਾ ਨਾਲ ਕਰੇ, ਨੀਅਤ ਨਾਲ ਕਰੇ, ਮਨ ਲਗਾ ਕੇ ਕਰੇ। ਤਾਂ ਹੀ ਤੇ ਸਾਹਿਬ ਨੇ ਕਿਹਾ ਕਿ ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਬਲ ਪਾਵਣਾ, ਹਉ ਮੈਂ ਵੀ ਪਹੁੰਚ ਜਾਏ। ਕੋਈ ਚਿੱਤ ਲਾ ਕੇ ਕਰੇ, ਗੱਲ ਚਿੱਤ ਲਗਾ ਕੇ ਆ ਕਿ ਦਿਖਾਵੇ ਨਾ ਕਰੇ, ਬਦਰਜਾ ਨਾ ਕਰੇ, ਮਜਬੂਰੀ ਵਸ ਨਾ ਕਰੇ, ਚਾਹ ਨਾ ਕਰੇ, ਖੁਸ਼ੀ ਨਾ ਕਰੇ, ਪਿਆਰ ਨਾ ਕਰੇ, ਸ਼ਰਧਾ ਨਾਲ ਕਰੇ। ਉਹ ਜਿਹੜੀ ਕੀਤੀ ਹੋਈ ਸੇਵਾ ਮਹਾਰਾਜ ਕਹਿੰਦੇ ਜੋ ਭਾਵਨਾ ਲੈ ਕੇ ਕਰਦਾ ਹੈ ਨਾ, ਉਸ ਦੀ ਭਾਵਨਾ ਨੂੰ ਭਾਗ ਜ਼ਰੂਰ ਲੱਗਦੇ ਹਨ ਜੀ। ਕਹੈ ਸ਼੍ਰੀ ਗੁਰ ਸਿਰ ਮੁਕਟ ਉਤਾਰਾ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿੰਦੇ ਨੇ ਕਿ ਬਾਬਾ ਅਮਰਦਾਸ, ਆ ਜਿਹੜਾ ਅਸੀਂ ਤੁਹਾਨੂੰ 1.5 ਗਜ ਕੱਪੜਾ ਦਿੰਦੇ ਰਹੇ, ਗੁਰੂ ਦੀ ਬਖਸ਼ੀ ਜਾਣ ਕੇ, ਸਤਿਗੁਰਾਂ ਦਾ ਪ੍ਰਸਾਦ ਜਾਣ ਕੇ ਆਪਣੇ ਸਿਰ ਤੇ ਤੁਸੀਂ ਬੰਨ੍ਹ ਕੇ ਰੱਖਦੇ, ਇਹ ਮੁਕਟਿਆ। ਲੋਕ ਕਹਿੰਦੇ 1.5 ਮੀਟਰ ਕੱਪੜਾ ਨਹੀਂ, ਇਹ ਮੁਕਟਿਆ। ਇਹ ਜਿਵੇਂ ਕੋ ਰਾਜਾ ਤਖਤ ਉੱਤੇ ਬੈਠਦਾ, ਉਹਦੇ ਮੁਕਟ ਪਹਿਨਾਇਆ ਜਾਂਦਾ ਹੈ। ਕਹਿਣ ਲੱਗੇ ਆ ਸਮਝੋ ਕਿ ਅੱਜ ਤੁਹਾਨੂੰ ਬਾਬੇ ਨਾਨਕ ਦੇ ਘਰ ਦਾ ਮੁਕਟ ਪਹਿਨਾਇਆ ਜਾਣਾ। ਸਤਿਗੁਰ ਕਹਿੰਦੇ ਬਸ ਆ ਜਿਹੜਾ 1.5 ਗਜ ਦਾ ਬਸਤਰ ਗੁਰੂ ਕੇ ਸੀ ਜਾਣ ਕੇ ਤਸਾਂ ਨੇ ਬੰਨਿਆ, ਇਹਨੂੰ ਉਤਾਰ ਦੇਵੋ ਜੀ। ਪਰਖ ਇਕਾਦਸ਼ ਕੋ ਜੋ ਧਾਰਾ। ਕਹਿਣ ਲੱਗੇ ਇਹਨੇ ਸਾਲਾਂ ਤੋਂ ਜਿਹੜਾ ਤਸਾਂ ਨੇ ਇਹਨੂੰ ਸਾਂਭ ਕੇ ਰੱਖਿਆ, ਇਹਨੂੰ ਧਾਰਨ ਕਰਿਆ ਸੀ ਜੀ। ਸੁੰਦਰ ਜਲ ਇਸ਼ਨਾਨ ਕਰਾਇਆ। ਇਹ ਨਹੀਂ ਗੱਲ ਕਹਿ ਕੇ ਨਾ ਜੀ, ਧੰਨ ਗੁਰੂ ਅੰਗਦ ਦੇਵ ਮਹਾਰਾਜ ਪਿਆਰੇ ਫਿਰ ਆਵਾਜ਼ ਮਾਰਦੇ ਆ, ਭਾਈ ਬੱਲੂ ਜਲ ਲਿਆਓ। ਇੰਨੇ ਸਾਲ ਹੋ ਗਏ ਬਾਬਾ ਅਮਰਦਾਸ ਸਾਡਾ ਇਸ਼ਨਾਨ ਕਰਾਉਂਦਾ ਰਿਹਾ, ਅੱਜ ਅਸੀਂ ਇਸ ਦਾ ਇਸ਼ਨਾਨ ਕਰਾਵਾਂਗੇ, ਅੱਜ ਅਸੀਂ ਇਹਦਾ ਇਸ਼ਨਾਨ ਕਰਾਵਾਂਗੇ। ਜਲ ਮੰਗਾਇਆ, ਨਿਰਮਲ ਜਲ ਮੰਗਵਾਇਆ ਜਾਂਦਾ ਹੈ ਜੀ। ਵਸਤਰ ਨਵੀਨ ਸਰਬ ਪਹਿਰਾਇਆ। ਪਿਆਰੇ, ਨਵੀਨ ਵਸਤਰ ਮੰਗਵਾਏ ਗਏ, ਬਾਬਾ ਅਮਰਦਾਸ ਮਹਾਰਾਜ ਜੀ ਨੂੰ ਪਹਿਨਾਏ ਗਏ ਹਨ ਜੀ। ਮੈਂ ਆਪਣੇ ਅਸਥਾਨ ਬਿਠਾਵਾ। ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜਿੱਥੇ ਆਪ ਬੈਠਦੇ ਸਨ, ਕਹਿੰਦੇ ਬਾਬਾ ਅਮਰਦਾਸ 11 ਸਾਲ ਤੁਸੀਂ ਸਾਡੇ ਤੋਂ ਦੂਰ ਬੈਠਦੇ ਰਹੇ। ਸਿੱਖ ਵੀ ਸੋਚਦੇ ਨੇ ਕਿ ਬਾਬਾ ਅਮਰਦਾਸ ਸੇਵਾ ਤੇ ਬੜੀ ਕਰਦਾ ਹੈ, ਪਰ ਅਜੇ ਗੁਰੂ ਅੰਗਦ ਦੇਵ ਤਰੁੱਠੇ ਨਹੀਂ, ਆਪਣੇ ਨੇੜੇ ਨਹੀਂ ਲੱਗਣ ਦਿੰਦੇ, ਪਾਸ ਬਿਠਾਉਂਦੇ ਨਹੀਂ। ਕਹਿਣ ਲੱਗੇ ਅਸੀਂ ਦੇਖਦੇ ਸਾਂ ਕਿ ਤੁਹਾਨੂੰ ਪਾਸ ਨਹੀਂ ਬਿਠਾਉਣਾ, ਅਸਾਂ ਨੇ ਤੁਹਾਨੂੰ ਆਪਣੀ ਥਾਂ ਤੇ ਹੀ ਬਿਠਾ ਦੇਣਾ। ਇੰਤਜ਼ਾਰ ਕਿਸ ਗੱਲ ਦੀ ਸੀ? ਦੇਰ ਤਾਂ ਹੋਈ। ਪਿਆਰਿਓ, ਮਹਾਰਾਜ ਕਹਿੰਦੇ ਨੇ ਕਿ ਨਵੇਂ ਬਸਤਰ ਪਹਿਨਾਇਆ, ਇਸ਼ਨਾਨ ਕਰਵਾਇਆ, ਤੇ ਜਿੱਥੇ ਸਤਿਗੁਰੂ ਜੀ ਆਪ ਬੈਠਦੇ ਆ ਆਪਣੇ ਆਸਣ ਤੇ, ਅੱਜ ਧੰਨ ਬਾਬਾ ਅਮਰਦਾਸ ਮਹਾਰਾਜ ਜੀ ਨੂੰ ਆਪਣੇ ਆਸਣ ਤੇ ਬਿਠਾ ਦਿੱਤਾ। ਜਦੋਂ ਬਿਠਾਉਣ ਲੱਗਿਆ ਤੇ ਬਾਬਾ ਅਮਰਦਾਸ ਫਿਰ ਕਹਿੰਦਾ, ਸਤਿਗੁਰੂ ਬਸ ਆਪਣੇ ਚਰਨਾਂ ਦੇ ਕੋਲ ਬਿਠਾਓ, ਇੱਥੇ ਕਿਉਂ? ਇਹਨੇ ਯੋਗ ਨਹੀਂ। ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਨੇ ਕਿ ਸਾਰੀ ਖੇਡ ਕੀ ਵਾਪਰੀ, ਕੀ ਹੋਇਆ? ਤੁਸੀਂ ਯਾਦ ਹੈ ਨਾ ਤੁਹਾਨੂੰ ਫਿਰ ਇਹ ਸਾਰਾ ਖੇਡ ਜੋ ਕੁਝ ਵਾਪਰਿਆ? ਉਹ ਕਹਿੰਦੇ ਹਾਂ। ਹੁਣ ਸੁਣਾਓ? ਕਹਿੰਦੇ ਹਾਂ ਮੈਂ ਡਿੱਗਿਆ, ਠੇਡਾ ਲੱਗਾ ਕਿਲੇ ਨਾਲ, ਮੈਂ ਡਿੱਗਿਆ। ਤੇ ਧੰਨ ਗੁਰੂ ਅੰਗਦ ਦੇਵ ਜੀ ਕਹਿੰਦੇ ਨੇ ਕਿ ਡਿੱਗ ਪਏ ਸੀ? ਕਹਿੰਦੇ ਹਾਂ ਮਹਾਰਾਜ, ਮੈਨੂੰ ਇਵੇਂ ਲੱਗਦਾ ਕਿ ਹੁਣ ਮੈਂ ਸੇਵਾ ਕਰਨ ਦੇ ਯੋਗ ਨਹੀਂ ਰਿਹਾ, ਮੈਂ ਬਿਰਧ ਹੋ ਗਿਆ, ਮੈਂ ਬਜ਼ੁਰਗ ਹੋ ਗਿਆ। ਤੇ ਗੁਰੂ ਅੰਗਦ ਦੇਵ ਜੀ ਕਹਿੰਦੇ ਹਾਂ ਬਾਬਾ ਅਮਰਦਾਸ, ਹੁਣ ਤੁਸੀਂ ਸੇਵਾ ਕਰਨ ਦੇ ਯੋਗ ਨਹੀਂ ਰਹੇ। ਮਨ ਭਰ ਆਇਆ, ਹੁਣ ਮੈਂ ਕੋਈ ਵੀ ਸੇਵਾ ਨਾ ਕਰ ਸਕਾਂਗਾ। ਹੱਸ ਕੇ ਕਹਿੰਦੇ ਨੇ ਤੁਸੀਂ ਸੇਵਾ ਬਹੁਤ ਕਰ ਲਈ ਆ, ਹੁਣ ਸੇਵਾ ਕਰਦੇ ਨਹੀਂ, ਹੁਣ ਤੁਸੀਂ ਸੇਵਾ ਕਰਾਉਣ ਦੇ ਯੋਗ ਹੋ ਗਏ, ਤੁਹਾਡੀ ਸੇਵਾ ਹੋਵੇਗੀ। ਤੁਸੀਂ ਕਹਿੰਦੇ ਅਸੀਂ ਡਿੱਗ ਪਏ, ਪਰ ਮਹਾਰਾਜ ਕਹਿੰਦੇ
ਅਸੀਂ ਇੰਤਜ਼ਾਰ ਕਰਦੇ ਸਾਂ ਕਿ ਤੁਸੀਂ ਕਦੋਂ ਡਿੱਗੋ ਤਾਂ ਡਿੱਗਿਆ ਨੂੰ ਚੱਕ ਕੇ ਤਖਤ ਉੱਤੇ ਬਿਠਾਈਏ। ਬਾਬੇ ਨਾਨਕ ਦੇ ਤਖਤ ਤੇ ਬਿਠਾਈਏ, ਇੰਤਜ਼ਾਰ ਕਰਦੇ ਸਾਂ। ਜਦੋਂ ਫਲ ਪੱਕ ਜਾਂਦਾ ਹੈ ਉਦੋਂ ਆਪਣੇ ਆਪ ਡਿੱਗ ਪੈਂਦਾ ਫਲ ਪੱਕ ਗਿਆ। ਸਤਿਗੁਰੂ ਜੀ ਨੇ ਆਪਣੇ ਆਸਣ ਤੇ ਸਿੰਘਾਸਣ ਤੇ ਬਿਠਾ ਦਿੱਤਾ ਹੈ ਜੀ। ਗੁਰਤਾ ਗਾਦੀ ਦਾ ਹਰ ਖਾਵੋ, ਤੇ ਪਿਆਰ ਕੇ ਗੁਰਤਾ ਗਦੀ ਇਹ ਗੁਰਿਆਈ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਬਖਸ਼ਣੀ ਕੀਤੀ ਹੈ ਜੀ। ਸਭ ਸੰਗਤ ਕੋ ਦਇਓ ਸੁਨਾਏ, ਤੇ ਫਿਰ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸਾਰੀ ਸੰਗਤ ਨੂੰ, ਸਾਰੇ ਸਿੱਖ ਉੱਤੇ ਇਕੱਠੇ ਹੋਏ ਆ, ਉਹਨੂੰ ਬੁਲਾ ਕੇ ਸਾਰਿਆਂ ਦੇ ਸਾਹਮਣੇ ਇੱਕ ਮਰਿਆਦਾ ਨਿਭਾਈ ਆ। ਐਵੇਂ ਨੇ ਪਿੱਛੋਂ ਕੁਝ ਪੀਤੇ ਨਾ, ਸਾਰੀ ਸੰਗਤਾਂ ਦਾ ਪਿਆਰਾ ਦਰਬਾਰ ਸਜਿਆ, ਦੀਵਾਨ ਲੱਗਿਆ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸਾਰਿਆਂ ਦੇ ਇਕੱਠ, ਸਾਰਿਆਂ ਦੇ ਸਾਹਮਣੇ ਪਿਆਰੇ ਆਪਣੇ ਆਸਣ ਤੇ ਬਿਠਾਉਂਦੇ ਆ ਤੇ ਸਾਰੀਆਂ ਸਿੱਖ ਸੰਗਤਾਂ ਨੂੰ ਗਰੀਬ ਨਵਾਜ ਬਾਦਸ਼ਾਹ ਇਹ ਹੁਕਮ ਕਰਦੇ ਆ ਜੀ। ਇਹੋ ਮੇਰੋ ਅਬ ਰੂਪ ਸੁਹਾਏ, ਕਹਿਣ ਲੱਗੇ ਵੀ ਧੰਨ ਗੁਰੂ ਅਮਰਦਾਸ ਮਹਾਰਾਜ ਇਹ ਹੁਣ ਸਾਡਾ ਰੂਪ ਆ, ਇਹਨਾਂ ਵਿੱਚ ਤੇ ਸਾਡੇ ਵਿੱਚ ਕੋਈ ਅੰਤਰ ਨਹੀਂ, ਇਹੀ ਹੁਣ ਸਾਡੀ ਥਾਂ ਤੇ ਹੋਵਣਗੇ ਜੀ। ਇਸ ਮਹਾ ਮੋਹ ਮਹਾ ਭੇਦ ਨਾ ਕੋਈ, ਤੇ ਕਹਿਣ ਲੱਗੇ ਇਹਨਾਂ ਵਿੱਚ ਤੇ ਸਾਡੇ ਵਿੱਚ ਹੁਣ ਕੋਈ ਭੇਦ ਨਹੀਂ ਆ, ਕੋਈ ਫਰਕ ਨਹੀਂ ਆ। ਬਾਬਾ ਅਮਰਦਾਸ ਕਹਿੰਦੇ ਆ ਮਹਾਰਾਜ ਮੈਂ ਇਹਨੇ ਬੈਠਣ ਦੇ ਯੋਗ ਨਹੀਂ ਆ, ਪਰ ਮਹਾਰਾਜ ਕਹਿੰਦੇ ਨੇ ਤੁਸੀਂ ਹੀ ਯੋਗ। ਕਿਉਂ ਕਿ ਪਿਆਰੋ ਦੁਨਿਆਵੀ ਤੌਰ ਤੇ ਆਪਾਂ ਦੇਖਦੇ ਆ ਕਿ ਯੋਗ ਥਾਵਾਂ ਤੇ ਅਯੋਗ ਲੋਕ ਬੈਠ ਜਾਂਦੇ ਆ। ਯੋਗ ਥਾਵਾਂ ਤੇ ਜਦੋਂ ਅਯੋਗ ਲੋਕ ਬੈਠ ਜਾਂਦੇ ਪਰ ਨੁਕਸਾਨ ਹੁੰਦਾ ਹੈ ਕੌਮਾਂ ਦਾ ਵੀ, ਦੇਸ਼ ਦਾ ਵੀ। ਕਿਉਂ ਅੱਜ ਇਹ ਕੁਝ ਹੋ ਰਿਹਾ, ਭਾਰਤ ਦੀ ਰਾਜਧਾਨੀ ਤਖਤ ਉੱਤੇ ਯੋਗ ਥਾਂ ਤੇ ਅਯੋਗ ਲੋਕ ਬੈਠ ਗਿਆ, ਧੱਕਾ ਕਰ ਰਹੇ ਆ, ਜ਼ੁਲਮ ਕਰ ਰਹੇ ਆ ਕਿਸਾਨਾਂ ਤੇ, ਮਜ਼ਦੂਰਾਂ ਤੇ, ਛੋਟੇ ਦੁਕਾਨਦਾਰਾਂ ਤੇ। ਕਿਉਂਕਿ ਜਗ੍ਹਾ ਯੋਗ ਹੈ ਪਰ ਅਯੋਗ ਲੋਕ ਬੈਠ ਜਾਂਦੇ ਤਾਂ ਪਰ ਨੁਕਸਾਨ ਹੁੰਦਾ ਹੈ। ਇਸ ਤਰ੍ਹਾਂ ਧਾਰਮਿਕ ਸਥਾਨਾਂ ਤੇ ਵੀ ਜਦੋਂ ਯੋਗ ਜਗ੍ਹਾ ਤੇ ਅਯੋਗ ਲੋਕ ਬੈਠਦੇ ਆ ਉਹ ਨੁਕਸਾਨ ਕਰਦੇ ਕੌਮਾਂ ਦਾ, ਪੰਥ ਦਾ। ਪਰ ਗੁਰੂ ਨਾਨਕ ਦੇ ਘਰ ਦੀ ਮਰਿਆਦਾ ਇਹ ਹੈ ਜੀ, ਇਹ ਤੇ ਤਖਤ ਬਹਿ ਤਖਤੈ ਕੀ ਲਾਇਕ। ਗੁਰੂ ਨਾਨਕ ਦੇ ਤਖਤ ਉੱਤੇ ਉਹੀ ਬੈਠਦਾ ਜਿਹੜਾ ਤਖਤ ਦੇ ਲਾਇਕ ਹੋਵੇ। ਗੁਰੂ ਹਰਿ ਜੀ ਅੱਜ ਤੇ ਬੈਠੇ ਆ, ਹਾਲਾਂਕਿ ਧੀਰਵਾਂ ਨੇ ਬੜਾ ਯਤਨ ਕੀਤਾ, ਕੀਰਤਪੁਰ ਸਾਹਿਬ ਚਲਿਆ ਵੀ ਗਿਆ, ਗੱਦੀ ਵੀ ਲਗਾ ਲਈ, ਸੇਵਕ ਵੀ ਨਾਲ ਆ ਰਹੇ, ਆਪਣੇ ਸਿਰ ਤੇ ਚੌਰ ਸਾਹਿਬ ਵੀ ਢਲਾਉਣ ਲੱਗ ਪਿਆ। ਤੇ ਧੰਨ ਗੁਰੂ ਹਰਿਗੋਬਿੰਦ ਮਹਾਰਾਜ ਸਿੱਖਾਂ ਨੂੰ ਕਹਿੰਦੇ ਵੀ ਉਹਨੂੰ ਕਿ ਆਪਣੇ ਆਪ ਚਲਿਆ ਜਾਏ, ਜੇ ਨਹੀਂ ਨਾ ਜਾਂਦਾ ਤੇ ਧੱਕੇ ਮਾਰ ਕੱਢ ਦਿਓ। ਗੁਰਿਆਈ ਐ ਨਹੀਂ ਮਿਲਦੀ ਹੁੰਦੀ, ਇਹ ਨਹੀਂ ਕਿ ਜਿਹੜਾ ਮਰਜ਼ੀ ਤੇ ਬੈਠ ਜਾਏਗਾ। ਇੱਥੇ ਤਖਤ ਰਾਜਾ ਸੋਭੈ ਜੋ ਤਖਤ ਲਾਇਕ ਹੋਈ, ਜਿਹੜਾ ਲਾਇਕ ਹੋਏਗਾ ਉਹੀ ਬੈਠੇਗਾ। ਗੁਰੂ ਹਰਿ ਜੀ ਲਾਇਕ ਨੇ ਤੇ ਗੁਰੂ ਹਰਿਗੋਬਿੰਦ ਮਹਾਰਾਜ ਜੀ ਉਹਨਾਂ ਨੂੰ ਬਿਠਾਇਆ। ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਨੇ ਕਿ ਆਹ ਬਾਬੇ ਨਾਨਕ ਦੇ ਤਖਤ ਉੱਤੇ ਬੈਠਣ ਦੇ ਲਾਇਕ ਬਾਬਾ ਅਮਰਦਾਸ, ਬਸ ਇਹੀ ਬੈਠਣਗੇ। ਸੰਗਤਾਂ ਨੂੰ ਕਿਹਾ ਇਹਨਾਂ ਵਿੱਚ ਤੇ ਸਾਡੇ ਵਿੱਚ ਕੋਈ ਭੇਦ ਨਹੀਂ, ਕੋਈ ਅੰਤਰ ਨਹੀਂ। ਗੁਰੂ ਅੰਗਦ ਦੇਵ ਮਹਾਰਾਜ ਸਿੱਖਾਂ ਨੂੰ ਪਿਆਰ ਇਸ ਤਰ੍ਹਾਂ ਕਹਿ ਕੇ ਸੰਗਤਾਂ ਨੂੰ ਗੁਰੂ ਅਮਰਦਾਸ ਦੇ ਲੜ ਲਗਾ ਕੇ ਤੇ ਬਾਬਾ ਅਮਰਦਾਸ ਜੀ ਨੂੰ ਫਿਰ ਕੀ ਵਚਨ ਕਹਿੰਦੇ ਆ, ਇਹ ਵਿਚਾਰ ਆਪ ਜੀ ਨੇ ਆਉਣ ਵਾਲੇ ਦੀਵਾਨਾਂ ਵਿੱਚ ਸਰਵਣ ਕਰਨੀ, ਇਹਨੀ ਸੇਵਾ ਪ੍ਰਵਾਨ ਕਰਨੀ, ਹੋਈਆਂ ਭੁੱਲਾਂ ਮਾਫ ਕਰਨੀਆਂ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਹਿਬ ਜੀ ਆਪ ਸੰਗਤਾਂ ਨੂੰ ਗੜੀਵਾਰ ਤੇ ਆਪ ਦੀ ਕਥਾ ਸ਼ਬਦ ਕਰਵਾਏ ਸਨ। ਗਿਆਨੀ ਗੁਰਵੰਤ ਸਿੰਘ ਜੀ ਗਿਆਨੀ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਆਪ ਨਾਮ ਸੰਗਤਾਂ ਨੂੰ ਜੀਵਨ ਨਾਲ ਜੁੜੇ ਹਨ। ਸਤਿਕਾਰ ਜੁਗਾਨੀ ਭਾਈ ਜੀ ਸਿੰਘ ਜੀ ਸਾਡਾ ਜੁਗਾਨੀ ਅਥਾ ਅੱਜ ਬਾਬਾ ਜਹਾਜ਼ ਸਿੰਘ ਜੀ ਉਹਨਾਂ ਦਾ ਜਨਮ ਦਿਹਾੜਾ ਹੈ। ਸ਼ਹਿਰ ਸ਼ੁਰੂ ਹੋਇਆ ਸੱਚੇ ਪਾਤਸ਼ਾਹ ਜੀ ਉਹਨਾਂ ਦਾ ਗੁਰਤਾਗਤ ਦਿਵਸ ਹੈ। ਇਸ ਸਮਾਗਮ ਵਿੱਚ ਦੀਵਾਨ ਸਾਜ ਰਹੇ ਹਨ। ਆਓ ਜੀ ਕੀ ਪਤਾ ਨਾਲ ਬਾਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।